ਅੱਜ ਇੱਕ ਇਹੋ ਜਿਹੇ ਸ਼ਖਸ ਨਾਲ ਤੁਹਾਨੂੰ ਅਸੀਂ ਰੂਬਰੂ ਕਰਾਵਾਂਗੇ ਜਿਹੜਾ ਨੇ ਸਟਾਰ ਲਾਂਚ ਕਰਦੇ ਨੇ। ਉਹਨਾਂ ਦੀ ਜ਼ਿੰਦਗੀ 200 ਰੁਪਏ ਦੀ ਇੱਕ ਸੈਲਰੀ ਨਾਲ ਸ਼ੁਰੂ ਹੋਈ ਸੀ। ਮੋਬਾਈਲ ਵੀ ਸੇਲ ਕੀਤੇ, ਲੇਕਿਨ ਹੁਣ ਉਹਨਾਂ ਦੀ ਫੋਟੋ ਮੋਬਾਈਲਾਂ 'ਚ ਘੁੰਮਦੀਆਂ ਨੇ। ਮੇਰੀ ਮੁਰੀਦ ਨੇ ਉਮੇਸ਼ ਕਰਮਾ ਵਾਲਾ। ਪੰਜਾਬੀ ਇੰਡਸਟਰੀ ਦਾ ਪਾਰਟ ਹੋਣਾ ਫਰੋਮ ਅਦਰ ਬੈਕਗਰਾਉਂਡ ਬੜੀ ਹੀ ਮਾਣ ਵਾਲੀ ਗੱਲ ਹੈ। ਬਹੁਤ ਪਿਆਰ ਮਿਲਿਆ ਮੈਨੂੰ ਇਸ ਇੰਡਸਟਰੀ ਦੇ। ਇਹ ਸਿੰਗਰ ਲਾਂਚ ਕਰਦੇ ਨੇ, ਐਕਟਰ ਲਾਂਚ ਕਰਦੇ ਨੇ। ਨਿੰਜਾ ਦੀ ਗੱਲ ਕਰੀਏ, ਪਰਮੀਸ਼ ਵਰਮਾ ਦੀ ਗੱਲ ਕਰੀਏ। ਜਦੋਂ ਆਪਾਂ ਪੰਜਾਬੀ ਗਾਣੇ ਬਣਾ ਰਹੇ ਸੀ, ਨਿੰਜੇ ਦੇ ਗਾਣੇ ਬਣਾ ਰਹੇ ਸੀ, ਮੈਂ ਮਿਊਜ਼ਿਕ ਡਾਇਰੈਕਟਰ ਕੋਲ ਗਿਆ ਤੇ ਉਹ ਮੈਨੂੰ ਸਾਈਡ ਤੇ ਲਿਜਾ ਕੇ ਪੁੱਛ ਰਿਹਾ ਵੀ ਉਹ ਬੰਦਾ, ਚਲੋ ਨਿੰਜਾ ਤਾਂ ਅੰਦਰ ਬੈਠਾ ਸੀਗਾ, ਭਾਜੀ ਕੀ ਚੱਕਰ, ਆਪਾਂ ਇਹਦੇ ਨਾਲ ਹੀ ਕਿਉਂ ਗਾਣੇ ਕਰ ਰਹੇ ਹਾਂ? ਆਪਾਂ ਗਾਣੇ ਹੋਰ ਕਿਸੇ ਦੇ ਕਰ ਸਕਦੇ ਹਾਂ, ਬੰਦੇ ਪੈਸੇ ਵੀ ਲਾ ਦੇਣਗੇ, ਤੁਸੀਂ ਆਪਣੇ ਪੱਲਿਓਂ ਪੈਸੇ ਲਾ ਰਹੇ ਹੋ, ਇਹ ਤਾਂ ਮੋਟਾ ਵੀ ਹੈਗਾ ਇੰਨਾ। ਮੇਰੀ ਮੋਬਾਈਲ ਸ਼ਾਪ ਨਾ ਹੁੰਦੀ ਤਾਂ ਮੈਂ ਸਿੰਗਰਸ ਨੂੰ ਨਾ ਮਿਲਦਾ, ਸਿੰਗਰਸ ਨੂੰ ਨਾ ਮਿਲਦਾ ਤਾਂ ਮੈਂ ਇੱਥੇ ਨਾ ਹੁੰਦਾ। ਤਾਂ ਇਹ ਸਭ ਕੁਝ ਰੱਬ ਨੇ ਪਲਾਨ ਕੀਤਾ ਸੀ, ਮੈਂ ਕੁਝ ਨਹੀਂ ਕੀਤਾ। ਸੋ ਨਿੰਜਾ ਮੇਰੀ ਲਾਈਫ ਦਾ ਉਹ ਪਾਰਟ ਹੈ ਜਿਹਨੇ ਸ਼ਾਇਦ ਜਿਹਦੇ ਕਰਕੇ ਸਾਡੀ ਲਾਈਫ 360 ਘੁੰਮ ਗਈ। ਬਾਲੀਵੁੱਡ ਹੋਏ ਜਾਂ ਪੋਲੀਵੁੱਡ, ਜਦੋਂ ਵੀ ਸਿਲਵਰ ਸਕਰੀਨ ਦੇ ਕੋਈ ਚਿਹਰੇ ਚਮਕਦੇ ਨੇ, ਉਹ ਚਿਹਰਿਆਂ ਦੇ ਪਿੱਛੇ ਵੀ ਕਹਾਣੀ ਹੁੰਦੀ ਹੈ ਔਰ ਉਨ ਚਿਹਰਿਆਂ ਨੂੰ ਸਿਲਵਰ ਸਕਰੀਨ ਤੱਕ ਪਹੁੰਚਾਉਣ ਵਾਲਾ ਵੀ ਇੱਕ ਚਿਹਰਾ ਹੁੰਦਾ ਹੈ। ਅੱਜ ਇੱਕ ਇਹੋ ਜਿਹੇ ਸ਼ਖਸ ਨਾਲ ਤੁਹਾਨੂੰ ਅਸੀਂ ਰੂਬਰੂ ਕਰਾਵਾਂਗੇ ਜਿਹੜਾ ਨੇ ਸਟਾਰ ਲਾਂਚ ਕਰਦੇ ਨੇ, ਜਿਹੜੇ ਉਹ ਸਟਾਰਾਂ ਨੂੰ ਪਬਲਿਕ ਤੱਕ ਪਹੁੰਚਾਉਂਦੇ ਨੇ, ਲੇਕਿਨ ਉਹਨਾਂ ਦੇ ਪਿੱਛੇ ਵੀ ਇੱਕ ਕਹਾਣੀ ਹੁੰਦੀ ਹੈ। ਨਾਮ ਹੈ ਉਮੇਸ਼ ਕਰਮਾ ਵਾਲਾ ਔਰ ਕੰਪਨੀ ਦਾ ਉਹਨਾਂ ਦਾ ਨਾਮ ਹੈ ਕਰਮਾ ਵਾਲਾ ਐਂਟਰਟੇਨਮੈਂਟ। ਔਰ ਸਟਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਕਹਾਣੀ ਸਿਰਕ ਇੰਟਰਸਟਿੰਗ ਹੈ ਕਿ ਕਦੇ ਉਹਨਾਂ ਦੀ ਜ਼ਿੰਦਗੀ 200 ਰੁਪਏ ਦੀ ਇੱਕ ਸੈਲਰੀ ਨਾਲ ਸ਼ੁਰੂ ਹੋਈ ਸੀ। ਮੋਬਾਈਲ ਵੀ ਸੇਲ ਕੀਤੇ, ਲੇਕਿਨ ਹੁਣ ਉਹਨਾਂ ਦੀ ਫੋਟੋ ਮੋਬਾਈਲਾਂ 'ਚ ਘੁੰਮਦੀਆਂ ਨੇ। ਮੇਰੀ ਮੁਰੀਦ ਨੇ ਉਮੇਸ਼ ਕਰਮਾ ਵਾਲਾ। ਭਾਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਤੁਹਾਡਾ ਵੈਲਕਮ ਹੈ ਸਰ, ਤੁਸੀਂ ਇੱਥੇ ਤੱਕ ਆਏ। ਤੁਹਾਡਾ ਨਾਮ ਹੈ ਜਿਹੜਾ ਕਰਮਾ ਵਾਲਾ, ਇਹ ਬੜਾ ਕਹਿੰਦੇ ਨੇ ਕੈਚੀ ਜਿਹਾ ਨਾਮ ਹੈ ਕਰਮਾ ਵਾਲਾ। ਵਾਕਈ ਕਰਮਾ ਵਾਲਾ ਹੀ ਹੋ ਸਰ? ਬੇਸਿਕਲੀ ਨਾ ਮੇਰੇ ਮਦਰ ਦਾ ਨਾਮ ਹੈ ਕਰਮਾਵਤੀ। ਓਕੇ। ਸੋ ਪਹਿਲੇ ਮੈਂ ਬੜੇ ਇੰਗਲਿਸ਼ ਨਾਮ ਰੱਖ ਕੇ ਕੰਪਨੀਆਂ ਕਰਕੇ ਦੇਖ ਲਈ। ਪਹਿਲੇ ਮੈਂ ਮੋਬਾਈਲ ਦਾ ਕੰਮ ਕਰਦਾ ਸੀ, ਉਸ ਤੋਂ ਪਹਿਲੇ ਕੁਝ ਏਅਰਟੈਲ ਦੇ ਕਨੈਕਸ਼ਨਸ ਦਾ ਕੰਮ ਸੀਗਾ ਤੇ ਉਹ ਕੰਪਨੀ ਦਾ ਨਾਮ ਸੀਗਾ ਨੈਕਸਸ ਕਨੈਕਟਿੰਗ ਸੋਲੂਸ਼ਨਸ। ਤੇ ਉਹ ਸਭ ਮੈਂ ਇੰਗਲਿਸ਼ ਵਾਲੇ ਕੰਮ ਸਾਰੇ ਕਰਕੇ ਦੇਖ ਲਏ ਸੀਗੇ ਤੇ ਮੈਨੂੰ ਪਤਾ ਲੱਗ ਗਿਆ ਕਿ ਜੇ ਮੈਂ ਮੰਮੀ ਪਾਪਾ ਦੇ ਨਾਮ ਤੇ ਕੁਝ ਕਰਾਂਗਾ ਸ਼ਾਇਦ ਤਾਂ ਹੀ ਮੇਰਾ ਭਲਾ ਹੋਏਗਾ। ਤੇ ਮੈਂ ਕੰਪਨੀ ਦਾ ਨਾਮ ਰੱਖਿਆ ਕਰਮਾ ਐਂਟਰਟੇਨਮੈਂਟ। ਫਿਰ ਲੋਕਾਂ ਨੂੰ ਹੁੰਦਾ ਸੀਗਾ ਯਾਰ ਉਮੇਸ਼ ਤਾਂ, ਜਿਵੇਂ ਤੁਹਾਡਾ ਨਾਮ ਵੀ ਉਮੇਸ਼ ਹੈ ਹਨਾ, ਕਿੱਦਾਂ ਦੇ ਕੋਈ ਇਨਸੀਡੈਂਟ ਹੈ ਤੇ ਉਮੇਸ਼ ਕਿਹੜਾ ਬੰਦਾ ਬੋਲਦਾ, ਤਾਂ ਕੋਈ ਵੀ ਦੱਸੇਗਾ ਤਾਂ ਕਹੇਗਾ ਉਮੇਸ਼ ਕਰਮਾ ਐਂਟਰਟੇਨਮੈਂਟ ਵਾਲਾ। ਤੇ ਮੈਂ ਕਿਹਾ ਇਹਨੂੰ ਥੋੜਾ ਜਿਹਾ ਸ਼ਾਰਟ ਕਰ ਲਾਂਗੇ ਤਾਂ ਈਜ਼ੀ ਹੋ ਜਾਏਗਾ ਕਿਸੇ ਨੂੰ ਦੱਸਣ ਦੇ ਲਈ। ਤਾਂ ਇਸ ਕਰਕੇ ਮੈਂ ਥੋੜਾ ਜਿਹਾ ਤਕੱਲੁਫ ਇੱਦਾਂ ਦਾ ਬਣਾ ਲਿਆ ਕਿ ਉਮੇਸ਼ ਕਰਮਾ ਵਾਲਾ। ਹਾਂਜੀ ਬਿਲਕੁਲ, ਵਾਕਈ ਕਰਮਾ ਵਾਲੇ ਨਿਕਲੇ। ਮਾਂ ਦਾ ਆਸ਼ੀਰਵਾਦ। ਹਾਂ, ਮਾਂ ਦਾ ਪੂਰਾ ਆਸ਼ੀਰਵਾਦ ਹੈ ਔਰ ਬਹੁਤ ਕੁਝ ਦੇਖਣ ਨੂੰ ਮਿਲਿਆ ਮੈਨੂੰ ਇਸ ਕੰਪਨੀ ਦੇ ਨਾਲ। ਬੜੇ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੂੰ ਮੈਂ ਸ਼ਾਇਦ ਮਿਲ ਵੀ ਨਹੀਂ ਸਕਦਾ ਸੀ। ਇਸ ਇੰਡਸਟਰੀ ਦਾ ਪਾਰਟ ਹਾਂ, ਪੰਜਾਬੀ ਇੰਡਸਟਰੀ ਦਾ ਪਾਰਟ ਹੋਣਾ ਫਰੋਮ ਅਦਰ ਬੈਕਗਰਾਉਂਡ ਬੜੀ ਹੀ ਮਾਣ ਵਾਲੀ ਗੱਲ ਹੈ। ਬਹੁਤ ਪਿਆਰ ਮਿਲਿਆ ਮੈਨੂੰ ਇਸ ਇੰਡਸਟਰੀ ਦੇ ਵਿੱਚ। ਜੇ ਉਮੇਸ਼ ਭਾਜੀ ਦੀ ਆਪਾਂ ਗੱਲ ਕਰੀਏ ਤੇ ਮਿਊਜ਼ਿਕ ਇੰਡਸਟਰੀ 'ਚ ਆਣਾ ਬੜਾ ਇੱਕ ਕਹਿੰਦੇ ਨਾ ਇੱਕ ਟ੍ਰਾਇੰਗਲ ਹੈ, 360 ਡਿਗਰੀ ਘੁੰਮ ਕੇ ਆਏ ਹੋ। ਔਰ ਜੇ ਇਹਨਾਂ ਨੂੰ ਨਾ ਕਰੀਏ ਕਿ ਇਹ ਕੌਣ ਨੇ, ਇਹ ਸਿੰਗਰ ਲਾਂਚ ਕਰਦੇ ਨੇ, ਐਕਟਰ ਲਾਂਚ ਕਰਦੇ ਨੇ। ਨਿੰਜਾ ਦੀ ਗੱਲ ਕਰੀਏ, ਪਰਮੀਸ਼ ਵਰਮਾ ਦੀ ਗੱਲ ਕਰੀਏ, ਨਾਇਕਰਾ ਦੀ ਗੱਲ ਕਰੀਏ, ਨਿਰਮਾਣ ਦੀ ਗੱਲ ਕਰੀਏ, ਗੋਲਡ ਬॉय ਦੀ ਗੱਲ ਕਰੀਏ, ਉਹ ਪਿਛਲੇ 10-12 ਸਾਲ 'ਚ ਇਹੋ ਜਿਹੇ ਚਿਹਰੇ। ਦੇਖੋ ਮੈਂ ਇਹ ਕਹਾਂਗਾ, ਦੇਖੋ ਅਸੀਂ ਚਲੋ ਲਾਂਚ ਤਾਂ ਵਰਡ ਲੋਕੀ ਕਹਿੰਦੇ, ਮੈਂ ਕਿਸੇ ਨੂੰ ਮੈਂ ਨਹੀਂ ਕਹਾਂਗਾ ਅਸੀਂ ਲਾਂਚ ਕਰਦੇ ਹਾਂ। ਹਾਂ, ਕਿਸੇ ਦੀ ਵੀ ਲਾਈਫ ਦੀ ਜਰਨੀ ਦੇ ਵਿੱਚ ਜੇ ਸਾਡਾ ਕੰਟਰੀਬਿਊਸ਼ਨ ਹੈ ਤੇ ਉਹ ਕਿਤੇ ਅੱਗੇ ਪਹੁੰਚਿਆ ਤੇ ਉਹ ਬੜੀ ਮਾਣ ਵਾਲੀ ਗੱਲ ਹੈ। ਜੇ ਕੋਈ ਵੀ ਕਿਤੇ ਪਹੁੰਚਦਾ ਬੜੀ ਖੁਸ਼ੀ ਹੁੰਦੀ ਹੈ। ਕੁਝ ਬੱਚੇ ਹੈ ਜਿਹੜੇ ਕਿ ਜਦੋਂ ਆਪਾਂ ਇਸ ਇੰਡਸਟਰੀ ਦੇ ਵਿੱਚ ਆਏ, ਉਹ ਸਾਨੂੰ ਮਿਲੇ, ਆਪਾਂ ਕੋਈ ਕੰਟਰੈਕਟ ਕੀਤਾ ਉਹਨਾਂ ਦੇ ਨਾਲ ਕਿ ਅਸੀਂ ਤੁਹਾਨੂੰ ਗਰੂਮ ਕਰਾਂਗੇ ਔਰ ਅੱਗੇ ਪੇਸ਼ ਕਰਾਂਗੇ ਕਿਸੇ ਤਰੀਕੇ ਨਾਲ। ਸੋ ਬਟ ਉਹਨਾਂ ਦੀ ਮਿਹਨਤ ਮੇਰੇ ਖਿਆਲ ਸਾਡੇ ਨਾਲੋਂ ਵੀ ਵੱਧ ਹੁੰਦੀ ਹੈ। ਅਸੀਂ ਜ਼ਰੂਰ ਗਾਈਡ ਕਰਦੇ ਹਾਂ, ਉਹਨਾਂ ਨੂੰ ਇੱਕ ਪਲੇਟਫਾਰਮ ਦਿੰਦੇ ਹਾਂ, ਬਟ ਉਹ ਪਲੇਟਫਾਰਮ 'ਤੇ ਉਹਨਾਂ ਦੀ ਹੀ ਚੱਲਦੀ ਹੈ। ਜੇ ਉੱਥੇ ਪਰਫਾਰਮ ਕਰਨਗੇ ਤਾਂ ਹੀ ਆਡੀਅנס ਉਹਨਾਂ ਨਾਲ ਜੁੜੇਗੀ। ਜੇ ਉਹ ਪਰਫਾਰਮ ਨਹੀਂ ਕਰਨਗੇ ਤੇ ਮੈਂ ਉਹਨਾਂ ਦਾ ਕੁਝ ਨਹੀਂ ਕਰ ਸਕਦਾ। ਯਾਨੀ ਕਿ ਮੈਂ ਤਾਂ ਉਹਨਾਂ ਨੂੰ ਇੱਕ ਪਾਥ ਦੱਸ ਸਕਦਾ, ਉਹਨਾਂ ਦੇ ਉੱਤੇ ਜੇ ਉਹ ਮੰਨਣਗੇ ਤਾਂ ਉੱਥੇ ਪਹੁੰਚਣਗੇ। ਇਹੀ ਬਹੁਤ ਇੰਪੋਰਟੈਂਟ ਹੈ ਕਿ ਬਾਂਹ ਫੜਨੀ। ਉਸ ਟਾਈਮ 'ਚ ਜਦੋਂ ਕੋਈ ਬੰਦੇ ਨੂੰ ਜਾਣਦਾ ਨਹੀਂ ਸੀ, ਉਹ ਚਿਹਰੇ ਬਣੇ ਨਹੀਂ ਸੀਗੇ। ਉਹ ਤੁਹਾਡੀ ਗੱਲ ਕਿਸੇ ਹੱਦ ਤੱਕ ਬਿਲਕੁਲ ਠੀਕ ਹੈ ਤੇ ਮੈਂ ਮਾਤਾ ਰਾਣੀ ਦਾ ਥੈਂਕ ਯੂ ਕਰਾਂਗਾ ਕਿ ਮੈਨੂੰ ਇੰਨੀ ਸਮਝ ਦਿੱਤੀ ਹੈ ਕਿ
ਮੈਨੂੰ ਮਜ਼ਾ ਤਦ ਆਉਂਦਾ ਕਿ ਜਿਹੜੇ ਬੱਚਿਆਂ ਨੂੰ ਕਿਸੇ ਨੇ ਮਨਾ ਕੀਤਾ ਹੋਏ ਕਿ ਇਹਦਾ ਸ਼ਾਇਦ ਕੁਝ ਨਹੀਂ ਹੋਏਗਾ ਔਰ ਉਹਨਾਂ ਦਾ ਕੁਝ ਕਰੀਏ, ਉਹਨਾਂ ਦੇ ਨਾਲ ਕੁਝ ਕਰੀਏ, ਤੇ ਉਹਦੇ ਵਿੱਚ ਬਹੁਤ ਹੀ ਮਜ਼ਾ ਆਉਂਦਾ ਕਿ ਜਦ ਤੁਹਾਨੂੰ ਕੋਈ ਕਹਿੰਦਾ कि यार ये इम्पॉसिबल है। फॉर एग्जांपल जब मैं निंजा के साथ में स्टार्ट किया, निंजे को पता है सारी बात, तो मुझे मैं किसी म्यूज़िक डायरेक्टर के पास उसके गाने बना रहा था। ਪੰਜਾਬੀ ਬੋਲ ਸਕਦੇ ਹੋ ਵਧੀਆ। ਚਲੋ ਜਦੋਂ ਆਪਾਂ ਪੰਜਾਬੀ ਗਾਣੇ ਬਣਾ ਰਹੇ ਸੀ, ਨਿੰਜੇ ਦੇ ਗਾਣੇ ਬਣਾ ਰਹੇ ਸੀ, ਮੈਂ ਮਿਊਜ਼ਿਕ ਡਾਇਰੈਕਟਰ ਕੋਲ ਗਿਆ ਤੇ ਉਹ ਮੈਨੂੰ ਸਾਈਡ ਤੇ ਲਿਜਾ ਕੇ ਪੁੱਛ ਰਿਹਾ ਵੀ ਉਹ ਬੰਦਾ, ਚਲੋ ਨਿੰਜਾ ਤਾਂ ਅੰਦਰ ਬੈਠਾ ਸੀਗਾ, ਕਹਿੰਦਾ ਭਾਜੀ ਕੀ ਚੱਕਰ ਹੈ, ਆਪਾਂ ਇਹਦੇ ਨਾਲ ਹੀ ਕਿਉਂ ਗਾਣੇ ਕਰ ਰਹੇ ਹਾਂ, ਆਪਾਂ ਗਾਣੇ ਹੋਰ ਕਿਸੇ ਦੇ ਕਰ ਸਕਦੇ ਹਾਂ, ਬੰਦੇ ਪੈਸੇ ਵੀ ਲਾ ਦੇਣਗੇ, ਤੁਸੀਂ ਆਪਣੇ ਪੱਲਿਓਂ ਪੈਸੇ ਲਾ ਰਹੇ ਹੋ, ਇਹ ਤਾਂ ਮੋਟਾ ਵੀ ਹੈਗਾ ਇੰਨਾ। ਸੋ ਆਈ ਥਿੰਕ ਮੈਂ ਨਹੀਂ ਕਹਾਂਗੀ ਮੈਂ ਬੜਾ ਕਲੈਵਰ ਹਾਂ ਕਿ ਮੈਂ ਉਹਦੇ ਨਾਲ ਕੰਮ ਕੀਤਾ ਤਾਂ ਆਪਾਂ ਇਹ ਬਣ ਗਏ ਜਾਂ ਉਹ ਬਣ ਗਏ। ਉਹ ਕਿਤੇ ਨਾ ਕਿਤੇ ਡੈਸਟੀਨੀ ਹੁੰਦੀ ਹੈ, ਰੱਬ ਨੇ ਲਿਖਿਆ ਹੁੰਦਾ ਕਿ ਤੁਸੀਂ ਉਹਦਾ ਪਾਰਟ ਬਣੋਗੇ। ਸੋ ਸਾਨੂੰ ਉਹ ਕਨਵਿਕਸ਼ਨ ਹੁੰਦੀ ਹੈ ਕਿ ਆਪਾਂ ਇਹਦੇ ਨਾਲ ਕੰਮ ਕਰਨਾ ਹੀ ਕਰਨਾ ਹੈ ਔਰ ਇਹ ਪੱਕਾ ਕੁਝ ਨਾ ਕੁਝ ਬਣੇਗਾ। ਮੈਂ ਕਦੇ ਵੀ ਨਿੰਜੇ ਨਾਲ ਇਸ ਲਈ ਕੰਮ ਨਹੀਂ ਕਰ ਰਿਹਾ ਸੀਗਾ ਕਿ ਉਹ 1 ਕਰੋੜ ਰੁਪਏ ਕਮਾ ਲੇਗਾ ਜਾਂ ਇੱਕ ਫਿਲਮ ਦਾ ਹੀਰੋ ਬਣ ਜਾਏਗਾ। ਨੋ, ਦੈਟ ਵਾਜ਼ ਨਾਟ ਮਾਈ ਥਾਟ। ਮੈਂ ਥੋੜ੍ਹਾ ਬਹੁਤ ਜੋ ਵੀ ਕੰਮ ਕੀਤਾ ਸੀ ਆਪਣੀ ਲਾਈਫ ਦੇ ਵਿੱਚ, ਜਿਵੇਂ ਤੁਹਾਨੂੰ ਤਾਂ ਮੈਂ ਆਫ ਦਾ ਰਿਕਾਰਡ ਦੱਸਿਆ ਕਿ ਕਿੱਦਾਂ ਸਟਾਰਟ ਹੋਈ ਲਾਈਫ ਦੀ ਜਰਨੀ। ਸੋ ਜੋ ਵੀ ਮੇਰਾ ਈਵੈਂਟਸ ਦਾ ਥੋੜਾ ਐਕਸਪੀਰੀਅੰਸ ਸੀਗਾ, ਸੋ ਮੈਨੂੰ ਪਤਾ ਸੀਗਾ ਆਪਾਂ ਛੋਟਾ ਮੋਟਾ 2-4 ਲੱਖ ਰੁਪਏ ਦਾ ਕੰਮ ਕਰ ਸਕਦੇ ਹਾਂ, ਤੇ ਉਹ ਸੋਚ ਕੇ ਹੀ ਕੰਮ ਕੀਤਾ ਹੈ। ਅੱਛਾ, ਇੱਕ ਗੱਲ ਦੱਸੋ, ਤੁਸੀਂ ਮੋਬਾਈਲ ਵੇਚੇ ਹੈ ਨਾ, 2000 ਤੁਹਾਡੀ ਸਟਰਗਲ ਸ਼ੁਰੂ ਹੋਈ, 200 ਰੁਪਏ ਪਰ ਡੇ ਮਿਲਦੇ ਸੀ, ਇਵੈਂਟ ਜੌਬ ਵੀ ਕਰਦੇ 17 ਸੈਕਟਰ ਐਜ਼ ਅ ਵੋਲੰਟੀਅਰ। ਉਸ ਤੋਂ ਬਾਅਦ ਮੋਬਾਈਲ ਦਾ ਕੰਮ ਸ਼ੁਰੂ ਕਰਤਾ, ਉੱਥੇ ਵੀ ਤੁਸੀਂ ਬੱਲੇ ਬੱਲੇ ਕਰਾਤੀ ਜਿਹੜੇ ਤੁਸੀਂ ਦੱਸ ਰਹੇ ਸੀ। ਉਸ ਤੋਂ ਪਰ ਇਹ ਇੱਕ ਮਿਊਜ਼ਿਕ ਇੰਡਸਟਰੀ 'ਚ ਆਉਣਾ, ਸਿੰਗਰਾਂ ਨੂੰ ਲਾਂਚ ਕਰਨਾ, ਕੰਟਰੈਕਟ ਕਰਨਾ, ਇਹ ਕਿਵੇਂ ਹੋਇਆ? ਇੱਕ ਉਮੇਸ਼ ਚੰਡੀਗੜ੍ਹ ਦਾ ਮੁੰਡਾ ਮੋਬਾਈਲ ਸ਼ਾਪ ਕਰਦਾ ਕਰਦਾ ਕਿਵੇਂ ਆ ਗਿਆ? ਮੇਰਾ ਮੰਨਣਾ ਹੈ ਕਿ ਆਪਾਂ ਸਾਰਿਆਂ ਨੂੰ ਇਹ ਚੀਜ਼ ਮੰਨਣੀ ਪਏਗੀ, ਜੋ ਗੋਡ ਨੇ ਪਲਾਨ ਕੀਤਾ ਤੁਹਾਡੇ ਲਈ ਉਸ ਤੋਂ ਉੱਤੇ ਕੁਝ ਵੀ ਨਹੀਂ ਹੈ। ਸ਼ਾਇਦ ਮੈਂ ਜਦ ਮੋਬਾਈਲ ਦਾ ਕੰਮ ਕਰ ਰਿਹਾ ਸੀਗਾ ਤੇ ਮੈਨੂੰ ਮੰਨ ਲਓ ਕੋਈ ਵੀ ਇੱਕ ਅੱਛੀ ਅਮਾਊਂਟ ਬਣ ਰਹੀ ਸੀ, 1-2 ਲੱਖ ਰੁਪਏ ਆਪਾਂ ਮਹੀਨੇ ਦੇ ਕਮਾ ਰਹੇ ਸੀਗੇ, ਉਹ ਸ਼ਾਇਦ ਕਿਸੇ ਲਈ ਅੱਜ ਵੀ ਜ਼ਿਆਦਾ ਹੋਣਗੇ। ਮੈਂ ਗੱਲ ਕਰ ਰਿਹਾ 2005-6 ਦੀ ਗੱਲ ਕਰ ਰਿਹਾ, ਜਦੋਂ ਸ਼ੋਰੂਮ ਹੋ ਗਿਆ, 7 ਦੇ ਵਿੱਚ ਸ਼ੋਰੂਮ ਹੋ ਗਿਆ ਸੀਗਾ, ਤਦ ਆਪਾਂ 2-3 ਲੱਖ ਰੁਪਏ ਕਮਾਉਂਦੇ ਸੀਗੇ। ਸੋ ਕਿਸੇ ਲਈ ਉਹ ਅੱਜ ਵੀ ਸੁਪਨਾ ਹੋਏਗਾ ਕਿ 2-3 ਲੱਖ ਰੁਪਏ ਕਮਾਈਏ ਤਾਂ ਵਧੀਆ ਹੋਏਗਾ। ਬਟ ਆਈ ਨੈਵਰ ਥੋਟ ਕਿ ਆਪਾਂ ਕਦੇ ਵੀ ਇਹ ਆਪਣਾ ਦੂਜਾ ਕੰਮ ਕਰਾਂਗੇ। ਯਾਨੀ ਕਹਿਣ ਦਾ ਮਤਲਬ ਹੈ ਕਿ ਇਹ ਆਪਾਂ ਇਸ ਲਾਈਨ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆ ਜਾਵਾਂਗੇ ਤਾਂ ਚੀਜ਼ਾਂ ਬਦਲ ਜਾਣਗੀਆਂ, ਆਪਾਂ ਸਿੰਗਰਸ ਲਾਂਚ ਕਰਾਂਗੇ। ਇਟ ਵਾਜ਼ ਨੈਵਰ ਅ ਪਲਾਨ। ਇਟ ਜਸਟ ਦੈਟ ਕਿ ਮੇਰਾ ਇੱਕ ਛੋਟਾ ਜਿਹਾ ਐਕਸਪੀਰੀਅੰਸ ਸੀਗਾ। ਮੈਂ ਕੈਪਸ਼ਨਸ ਦੇ ਵਿੱਚ ਐਜ਼ ਅ ਵੋਲੰਟੀਅਰ, ਜਿਹੜੀ ਮੈਂ ਕਹਿ ਰਿਹਾ 200 ਪਰ ਡੇ ਮੈਨੂੰ ਮਿਲਦੇ ਸੀਗੇ, ਉਹ ਜਦ ਮੈਂ ਜੌਬ ਕੀਤੀ ਸੀਗੀ ਤਾਂ ਮੇਰੀ ਮੁਲਾਕਾਤ ਸਤਿੰਦਰ ਸੱਤੀ ਮੈਡਮ ਨਾਲ ਹੋ ਗਈ, ਕਮਲ ਹੀਰ ਭਾਜੀ ਨਾਲ। ਸ਼ਾਇਦ ਉਹਨਾਂ ਨੇ ਤਾਂ ਨੋਟਿਸ ਨਹੀਂ ਕੀਤਾ ਹੋਏਗਾ ਬਟ ਮੈਂ ਉਸ ਈਵੈਂਟ ਦਾ ਪਾਰਟ ਸੀਗਾ। ਸੋ ਦੈਟ ਵਾਜ਼ ਅ ਫਰਸਟ ਐਕਸਪੀਰੀਅੰਸ ਵਿਦ ਸਿੰਗਰਸ ਕਿ ਜਿੱਥੇ ਮੈਨੂੰ ਪਤਾ ਸੀਗਾ ਹਾਂ ਕੁਝ ਆਪਾਂ ਸ਼ੋਜ਼ ਵਗੈਰਾ ਕਰਕੇ ਕੁਝ ਇੱਕ ਇਨਕਮ ਬਣਾ ਸਕਦੇ ਹਾਂ। ਸੋ ਜਦੋਂ ਮੈਨੂੰ ਪਹਿਲੀ ਵਾਰ ਅਲਫਾਜ਼ ਜੀ ਦੇ ਨਾਲ ਮੁਲਾਕਾਤ ਹੋਈ ਮੇਰੀ 2000 ਨਹੀਂ, ਇਹ ਮੁਲਾਕਾਤ ਹੋਈ ਹੈ ਮੇਰੀ 2011 ਦੇ ਵਿੱਚ। 2011 ਨਵੰਬਰ ਦੇ ਵਿੱਚ ਮੇਰੀ ਮੁਲਾਕਾਤ ਹੋਈ ਸੀਗੀ। ਸੋ ਵੀ ਥੋਟ ਕਿ ਕੁਛ ਨਾ ਕੁਛ ਕੀਤਾ ਜਾ ਸਕਦਾ ਹੈ। ਐਂਡ ਉਹਨਾਂ ਨੇ ਹੀ ਮੈਨੂੰ ਨਿੰਜੇ ਨਾਲ ਮਿਲਾਇਆ ਸੀਗਾ। ਤਦ ਨਿੰਜੇ ਦਾ ਨਾਮ ਨਿੰਜਾ ਜੱਟ ਹੁੰਦਾ ਸੀਗਾ। ਅੱਛਾ। ਐਂਡ ਉਹਦੀ ਬਿਲਟ ਵੀ ਉੱਦਾਂ ਦੀ ਸੀਗੀ ਤੇ ਹਾਂ, ਤੇ ਬਹੁਤ ਵਧੀਆ ਗਾਉਂਦਾ ਸੀਗਾ। ਉੱਥੋਂ ਯਾਨੀ ਕਿ ਮੇਰੀ ਮੋਬਾਈਲ ਸ਼ਾਪ ਨਾ ਹੁੰਦੀ ਤਾਂ ਮੈਂ ਸਿੰਗਰਸ ਨੂੰ ਨਾ ਮਿਲਦਾ ਤਾਂ ਮੈਂ ਇੱਥੇ ਨਾ ਹੁੰਦਾ। ਤਾਂ ਇਹ ਸਭ ਕੁਝ ਰੱਬ ਨੇ ਪਲਾਨ ਕੀਤਾ ਸੀ, ਮੈਂ ਕੁਝ ਨਹੀਂ ਪਲਾਨ ਕੀਤਾ। ਅੱਛਾ, ਇੱਕ ਜਦੋਂ ਤੁਹਾਡੀ ਮੋਬਾਈਲ ਸ਼ਾਪ ਹੁੰਦੀ ਸੀ ਇੰਨੀ ਫੇਮਸ ਸੀਗੀ ਵੀ ਸਿੰਗਰ ਵੀ ਆਉਂਦੇ ਸੀ, ਪੰਮੀ ਬਾਈ ਵਗੈਰਾ ਵੀ ਕਹਿੰਦੇ ਸ਼ਾਇਦ। ਹਾਂ, ਉਹ ਪੰਮੀ ਬਾਈ ਜੀ ਜੇ ਦੇਖ ਰਹੇ ਹੋਣਗੇ ਤੇ ਉਹ ਇਤਫਾਕ ਕਰਨਗੇ ਮੇਰੀ ਗੱਲ ਨੂੰ, ਉਹ ਸਮਝਣਗੇ ਕਿ ਉਹ ਇੰਨਾ ਪਿਆਰ ਕਰਦੇ ਸੀਗੇ ਕਿ ਉਹਨਾਂ ਨੇ ਜੇ ਕਿਤੇ ਬਾਈ ਚਾਂਸ ਮੈਂ ਸ਼ਾਪ ਤੇ ਨਹੀਂ ਵੀ ਹਾਂ ਤੇ ਉਹਨਾਂ ਨੇ ਕਹਿਣਾ ਉਮੇਸ਼ ਮੈਂ ਵੇਟ ਕਰ ਰਿਹਾ, ਜਦ ਤੂੰ ਆ ਜਾਏਗਾ ਮੈਂ ਤੇਰੇ ਤੋਂ ਹੀ ਲੈ ਕੇ ਜਾਣਾ, ਸਟਾਫ ਤੋਂ ਨਹੀਂ ਲੈਣਾ ਫੋਨ। ਹਾਂ, ਉਹ ਭਾਵੇਂ 15 ਮਿੰਟ ਵੇਟ ਕਰਨੀ ਪਏ, ਭਾਵੇਂ ਘੰਟਾ ਵੇਟ ਕਰਨੀ ਪਏ, ਉਹ ਕਰਕੇ ਗਏ ਆ। ਤੇ ਵਿਦ ਡਿਊ ਰਿਸਪੈਕਟ ਉਹ ਬਹੁਤ ਹੀ ਹੰਬਲ ਬੰਦੇ ਆ। ਔਰ ਨਹੀਂ ਤਾਂ ਕੌਣ ਅੱਜ ਦੀ ਡੇਟ 'ਚ ਸਾਰੇ ਬਿਜ਼ੀ ਹੁੰਦੇ, ਕੋਈ ਨਹੀਂ ਕਿਸੇ ਲਈ ਵੇਟ ਕਰਦਾ। ਤੇ ਮੈਂ ਉਹ ਲੱਕੀ ਬੰਦਾ ਕਿ ਜਿਹਨੂੰ ਇੱਦਾਂ ਦੇ ਕਸਟਮਰਸ ਮਿਲੇ, ਉਹਨਾਂ ਦੇ ਨਾਲ ਮੇਰਾ ਨੈਟਵਰਕਿੰਗ ਬਣੀ ਤੇ ਜੋ ਵੀ ਹੈ ਇੱਦਾਂ ਕਰਦੇ ਕਰਦੇ ਆਪਾਂ ਇੱਥੇ ਤੱਕ ਆਏ। ਤੇ ਨਿੰਜਾ ਜਦੋਂ ਤੁਹਾਨੂੰ ਮਿਲਿਆ, ਨਿੰਜਾ ਜੱਟ ਹੁੰਦਾ ਸੀ, ਅਮਿਤ ਭੱਲਾ ਵੈਸੇ ਨਾਮ ਹੈ ਨਿੰਜੇ ਦਾ, ਸਭ ਨੂੰ ਪਤਾ ਹੈ। ਤੁਸੀਂ ਉਸ ਟਾਈਮ ਕੀ ਸੋਚਿਆ ਕਿ ਇਸ 'ਚ ਹੈਗਾ, ਬਹੁਤ ਆਵਾਜ਼ ਸੁਣੀ ਨਿੰਜੇ ਦੀ? ਸ਼ਾਇਦ ਨਾ ਮੈਂ ਕਦੇ ਇੱਦਾਂ ਦਾ ਇੰਟਰਵਿਊ ਦਿੱਤਾ ਨਹੀਂ ਹੈ ਔਰ ਨਿੰਜੇ ਬਾਰੇ ਜ਼ਿਆਦਾ ਗੱਲ ਕਰਨ ਨੂੰ ਮੈਨੂੰ ਜ਼ਿਆਦਾ ਮੌਕਾ ਵੀ ਨਹੀਂ ਮਿਲਿਆ। ਬਹੁਤਾ ਕੁਝ ਨਿੰਜੇ ਨੇ ਹੀ ਬਿਆਨ ਕੀਤਾ ਹੈ, ਬੜੇ ਸਾਰੇ ਇੰਟਰਵਿਊਜ਼ ਹੈ। ਸੋ ਨਿੰਜਾ ਮੇਰੀ ਲਾਈਫ ਦਾ ਉਹ ਪਾਰਟ ਹੈ ਜਿਹਦੇ ਕਰਕੇ ਸਾਡੀ ਲਾਈਫ 360 ਘੁੰਮ ਗਈ ਪੂਰੀ। ਮੈਂ ਕਦੇ ਨਹੀਂ ਸੋਚਿਆ ਕਿ ਆਪਾਂ ਇੰਨੀ ਇਨਕਮ ਕਰ ਸਕਦੇ ਹਾਂ ਜਾਂ ਇਹ ਕੁਝ ਕਰ ਸਕਦੇ ਹਾਂ ਜਾਂ ਇੰਨੀ ਕੰਟਰੀਜ਼ ਘੁੰਮ ਸਕਦੇ ਹਾਂ। ਔਰ ਸ਼ਾਇਦ ਨਿੰਜੇ ਨੂੰ ਵੀ ਇਹ ਯਕੀਨ ਨਹੀਂ ਸੀਗਾ ਇਹ ਕੁਝ ਹੋਏਗਾ, ਕਿਉਂਕਿ ਇੱਕ ਟਾਈਮ ਤੇ ਮਿਲਿਆ ਵੀ ਥੋਟ ਕਿ ਬੜਾ ਸਭ ਕੁਝ ਕਰਾਂਗੇ, ਆਪਾਂ ਕਰ ਵੀ ਰਹੇ ਸੀ। ਬਟ ਜਦੋਂ ਸਾਡਾ ਸਾਰਾ ਕੁਝ ਅਲਫਾਜ਼ ਦੀ ਟੀਮ ਦੇ ਨਾਲ ਕੁਝ ਡਿਸਟਰਬੈਂਸ ਹੋਣ ਕਰਕੇ ਜਦੋਂ ਆਪਾਂ ਸਭ ਕੁਝ ਬ੍ਰੇਕ ਲਿੱਤੀ ਸਾਰੀ ਚੀਜ਼ਾਂ ਤੋਂ, ਤਾਂ ਉਸ ਤੋਂ ਬਾਅਦ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਆਪਾਂ ਕੰਮ ਕਰਾਂਗੇ। ਇਟਸ ਅ ਕੈਜੂਅਲ ਗੁੱਡ ਬਾਏ ਕਿ ਨਿੰਜੇ ਕਦੇ ਕੋਈ ਲੋੜ ਪਈ ਤਾਂ ਫੋਨ ਕਰ ਲਈ।
ਨਿੰਜੇ ਦਾ 2012 ਨਵੰਬਰ 'ਚ ਮੈਨੂੰ ਫੇਸਬੁੱਕ ਤੇ ਮੈਸੇਜ ਆਉਂਦਾ ਹੈ ਕਿ ਭਾਜੀ ਮੈਨੂੰ ਆਪਣਾ ਨੰਬਰ ਦਿਓ, ਮੈਨੂੰ ਗੱਲ ਕਰਨੀ ਹੈ। ਤੇ ਮੇਰੀ ਲਾਈਫ 'ਚ ਬੜਾ ਕੁਝ ਡਿਸਟਰਬ ਚੱਲ ਰਿਹਾ ਸੀ, ਜਿੱਦਾਂ ਮੈਂ ਤੁਹਾਨੂੰ ਦੱਸਿਆ। ਤੇ ਜਿਵੇਂ ਮੈਂ ਪੋਜ਼ਿਟਿਵ ਹਾਂ, ਮੈਂ ਤਾਂ ਸੋਚਦਾ ਹਮੇਸ਼ਾ ਹੀ ਕੋਈ ਨਾ ਕੋਈ ਓਪਰਚੁਨਿਟੀ ਆਉਂਦੀ ਹੈ। ਜੋ ਚੀਜ਼ ਆਪਣੇ ਆਪ ਆਏਗੀ ਉਹ ਓਪਰਚੁਨਿਟੀ ਹੈ, ਇੱਦਾਂ ਫੀਲ ਕਰਨਾ ਚਾਹੀਦਾ। ਜ਼ਿਆਦਾ ਪੰਗੇ ਨਹੀਂ ਲੈਣੇ ਚਾਹੀਦੇ ਲਾਈਫ 'ਚ, ਜੋ ਮਿਲ ਰਿਹਾ ਉਹਦੇ 'ਤੇ ਖੁਸ਼ ਹੋ ਜਾਓ ਔਰ ਅੱਗੇ ਵਧੋ। ਤਾਂ ਨਿੰਜੇ ਨਾਲ ਜਦ ਮੇਰੀ ਗੱਲ ਹੋਈ, ਆਈ ਨੈਵਰ ਥੋਟ ਕਿ ਉਹ ਮੈਨੂੰ ਇਹ ਫੋਨ ਕਰੇਗਾ ਕਿ ਯਾਰ ਆਪਣੀ ਸ਼ਾਪ ਤੇ ਮੈਨੂੰ ਭਾਜੀ ਕੋਈ ਕੰਮ ਦੇ ਦਿਓ। ਅੱਛਾ, ਉਹ ਮੇਰੇ ਲਈ ਥੋੜਾ ਸ਼ੌਕਿੰਗ ਸੀਗਾ ਕਿਉਂਕਿ ਉਹ ਹਨੀ ਭਾਜੀ ਦੇ ਨਾਲ ਸ਼ੋਜ਼ ਲਗਾ ਰਿਹਾ ਸੀਗਾ। ਹਾਂਜੀ ਹਾਂਜੀ, ਕਰ ਚੁੱਕਿਆ ਸੀ, ਕਰ ਚੁੱਕਿਆ। 3 ਜਗ੍ਹਾ ਪਰਫਾਰਮ ਕੀਤਾ ਸੀਗਾ। ਅੱਛਾ, ਸਟੇਜਾਂ ਤੇ ਜਿੱਦਾਂ। ਹਾਂਜੀ, ਕਿਉਂਕਿ ਉਹਨਾਂ ਦੀ ਟੀਮ ਦੇ ਵਿੱਚ ਜਿਹੜੀ ਮਾਫੀਆ ਮੁੰਡੀਰ ਦੀ ਟੀਮ ਸੀਗੀ, ਉਹਨਾਂ 'ਚੋਂ ਫੋਕ ਆਰਟਿਸਟ ਨਿੰਜਾ ਅਕੇਲਾ ਸੀਗਾ। ਤਾਂ ਨਿੰਜਾ ਇਕੱਲਾ ਹੋਣ ਕਰਕੇ ਉਹ ਫੋਕ ਦੇ ਲਈ ਜਿੰਨੇ ਵੀ ਮੈਰਿਜਸ ਸ਼ੂਜ਼ ਹੁੰਦੇ ਸੀ ਉਹਨੂੰ ਲੈ ਕੇ ਜਾਂਦੇ ਸੀਗੇ। ਬਟ ਸਮਹਾਓ ਕੋਈ ਗੱਲ ਹੋ ਗਈ ਤੇ ਉਹਨਾਂ ਦੇ ਫੋਨ ਬੰਦ ਸੀਗੇ, ਉਹਨਾਂ ਦੀ ਟੀਮ ਦੇ, ਹਨੀ ਭਾਈ ਦੇ। ਤਾਂ ਨਿੰਜਾ ਜਦ ਕਨੈਕਟ ਨਹੀਂ ਕਰ ਪਾ ਰਿਹਾ ਸੀ ਤਾਂ ਉਹ ਥੋੜਾ ਫੈਡ ਅਪ ਹੋ ਗਿਆ। ਲਾਈਫ 'ਚ ਹਰ ਬੰਦੇ 'ਤੇ ਪ੍ਰੈਸ਼ਰ ਹੁੰਦਾ ਹੈ, ਆਰਟਿਸਟ ਦੀ ਲਾਈਫ ਦੇ ਵਿੱਚ ਜ਼ਿਆਦਾ ਪ੍ਰੈਸ਼ਰ ਹੁੰਦਾ ਭਾਜੀ, ਬਿਕੋਜ਼ ਉਹ ਕਿਤੇ ਹੋਰ ਅਰਨ ਨਹੀਂ ਕਰ ਰਹੇ ਹੁੰਦੇ। ਸੋ ਹੀ ਸੈਡ ਕਿ ਭਾਜੀ ਹੁਣ ਮੈਂ ਗਿਵ ਅਪ ਕਰਨਾ, ਮੈਂ ਕਰਨਾ ਹੀ ਨਹੀਂ ਹੈ। ਤੁਸੀਂ ਮੈਨੂੰ 5-10 ਹਜ਼ਾਰ ਰੁਪਏ ਦੀ ਕੋਈ ਵੀ ਜੌਬ ਬਣਦੀ ਹੈ ਆਪਣੀ ਸ਼ਾਪ ਤੇ ਦੇ ਦਿਓ। ਉਹਨੂੰ ਨਹੀਂ ਪਤਾ ਸੀ ਮੇਰੀ ਸ਼ਾਪ ਬੰਦ ਹੋ ਗਈ ਹੈ। ਬਟ ਜਿੱਦਾਂ ਉਹਨੇ 5-10 ਹਜ਼ਾਰ, ਹੁਣ ਮੈਂ ਬੜਾ ਕੁਝ ਦੇਖ ਚੁੱਕਿਆ ਸੀ ਲਾਈਫ 'ਚ, ਤਾਂ ਮੈਨੂੰ 5-10 ਹਜ਼ਾਰ ਉਸ ਵੇਲੇ ਘੱਟ ਲੱਗ ਰਹੇ ਸੀ। ਮੈਂ ਕਿਹਾ ਜਿੱਥੇ ਇੰਨੀ ਪ੍ਰੋਬਲਮ ਹੈ 10 ਹਜ਼ਾਰ ਨਾਲ ਕੁਝ ਨਹੀਂ ਹੋਏਗਾ। ਤੂੰ ਸਿੰਗਿੰਗ ਕਰਨੀ ਹੈ ਤਾਂ ਆਪਾਂ ਕੁਝ ਨਾ ਕੁਝ ਕਰ ਸਕਦੇ ਹਾਂ। ਬਟ ਇਸ ਟਾਈਮ ਆਪਾਂ ਜੋ ਵੀ ਕਰਾਂਗੇ ਉਹ ਥੋੜਾ ਸਾ ਬਲੈਕ ਐਂਡ ਵਾਈਟ ਦੇ ਵਿੱਚ ਕਰਾਂਗੇ, ਔਨ ਪੇਪਰ ਕਰਾਂਗੇ। ਸੋ ਉਹਦਾ ਹਾਰਟ ਕਲੀਅਰ ਸੀਗਾ, ਆਪਣਾ ਕਲੀਅਰ ਸੀਗਾ, ਤੇ ਜਰਨੀ ਸਟਾਰਟ ਹੋਈ ਤੇ ਅੱਜ ਆਪਾਂ ਇੱਥੇ ਤੱਕ ਆ ਗਏ। ਵਧੀਆ ਹੋਇਆ ਜੋ ਵੀ ਹੋਇਆ। ਤੇ ਨਿੰਜੇ ਦਾ ਫੋਨ ਆਣਾ, ਦੋਨਾਂ ਦੀ ਲਾਈਫ, ਤੁਹਾਡੀ ਤੇ ਨਿੰਜੇ ਦੀ, ਇਹ 360 ਚੇਂਜ ਹੋ ਗਈ। ਨਿੰਜੇ ਨੇ ਜੌਬ ਮੰਗੀ ਸੀ, ਤੁਸੀਂ ਕਿਹਾ ਕਿ ਨਹੀਂ ਸਿੰਗਿੰਗ ਕਰਨੀ ਚਾਹੀਦੀ ਹੈ, ਟੈਲੈਂਟ ਹੈਗਾ ਨਿੰਜੇ 'ਚ, ਹੈ ਨਾ। ਉਸ ਤੋਂ ਬਾਅਦ ਫਿਰ ਉਮੇਸ਼ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹ ਵੀ ਕਹਿ ਸਕਦੇ, ਬਟ ਮੇਰੇ ਵਰਡਾਂ ਦੇ ਵਿੱਚ ਕਵਾਂਗੇ ਤਾਂ ਮੈਂ ਹਮੇਸ਼ਾ ਪਿੱਛੇ ਦੇਖਦਾ। ਪਿੱਛੇ ਸਿਰਫ ਇਸ ਲਈ ਦੇਖਦਾ ਕਿ ਆਪਾਂ ਜਿੱਥੋਂ ਆਏ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ। ਸੋ ਕੋਈ ਜਿਹਨੂੰ ਮੇਰਾ ਨਹੀਂ ਪਤਾ, ਮੈਂ ਉਹਨੂੰ ਕਵਾਂਗਾ ਮੇਰੇ ਫਾਦਰ 4th ਕਲਾਸ EMPLOYE ਸੀਗੇ, ਪਿਊਨ ਸੀਗੇ ਪੰਜਾਬ ਰਾਜ ਭਵਨ ਦੇ ਵਿੱਚ। ਉੱਥੋਂ ਇੱਥੇ ਤੱਕ ਆਉਣਾ ਇੰਨਾ ਕੁ ਸੌਖਾ ਨਹੀਂ ਹੈ। ਜੇ ਫਾਦਰ ਸ਼ਾਇਦ ਵੱਡੀ ਪੋਸਟ 'ਤੇ ਹੁੰਦੇ ਫਿਰ ਮੈਂ ਇੱਥੇ ਨਾ ਆਉਂਦਾ। ਬਿਕੋਜ਼ ਆਫ ਸ਼ਾਰਟੇਜ ਆਫ ਮਨੀ ਹੀ ਦਿਲ ਕਰਦਾ ਹੈ ਕਿ ਆਪਾਂ ਕੁਝ ਕਰੀਏ, ਆਪਾਂ ਆਪਣੇ ਲਈ ਕੁਝ ਅਰਨ ਕਰੀਏ, ਆਪਣੀ ਮਰਜ਼ੀ ਦੀ ਪੈਂਟ ਲੈ ਲਈਏ, ਆਪਣੀ ਮਰਜ਼ੀ ਦੇ ਸ਼ੂ ਲੈ ਲਈਏ। ਇਹ ਚੀਜ਼ਾਂ ਫੋਰਸ ਕਰਦੀ ਸੀ ਕਿ ਕੁਝ ਕਰੀਏ। ਯੈਸ, ਬਸ ਇਹ ਆਪਣੇ ਚਾਅ ਹੀ ਨਹੀਂ ਪੂਰੇ ਹੁੰਦੇ ਸੀ। ਬਚਪਨ 'ਚ ਜੇ ਡੈਡੀ ਨੂੰ ਕਹਿ ਦਈਏ ਪਾਪਾ ਉਹ ਜੁੱਤੇ ਲੈਣੇ ਆ, ਤੇ ਉਹ ਜਿਹੜਾ ਬਜਟ ਹੁੰਦਾ ਸੀਗਾ ਉਹ ਕਹਿੰਦਾ, ਉਹ ਲੈਣ ਨਹੀਂ ਦਿੰਦਾ ਸੀ ਉਹ ਸ਼ੂਜ਼। ਤਾਂ ਇਸ ਕਰਕੇ ਆਪਾਂ ਜਿਹੜੇ 1200 ਰੁਪਏ ਲਈ ਜੌਬ ਕਰ ਲਈ, ਉਹ ਇਸ ਲਈ ਕਰ ਲਈ। ਬਟ ਇਹਨਾਂ ਸਾਰੀ ਚੀਜ਼ਾਂ ਨੇ ਮੈਨੂੰ ਇੰਨਾ ਕੌਨਫੀਡੈਂਟ ਬਣਾਤਾ ਕਿ ਸ਼ਾਇਦ ਕਿਸੇ ਹੋਰ ਨੂੰ ਤਾਂ ਇਹ ਦੱਸਦੇ ਹੋਏ ਅਜੀਬ ਲੱਗੇ ਕਿ ਯਾਰ ਮੇਰੇ ਪਾਪਾ ਪਿਊਨ ਹੈ। ਇਹ ਮੈਂ ਕਹਿੰਦਾ ਕਿ ਹਰ ਬੱਚੇ ਨੂੰ ਜਿਹਦੇ ਮੰਮੀ ਪਾਪਾ ਉਹਨਾਂ ਵਧੀਆ ਨਹੀਂ ਕਰ ਪਾ ਰਹੇ, ਬਟ ਉਹ ਤੁਹਾਨੂੰ ਜੋ ਦੇ ਰਹੇ ਹੈ ਗਿਵਨ ਸਰਕਮਸਟੈਂਸਿਸ ਦੇ ਵਿੱਚ, ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਮੇਰੇ ਫਾਦਰ ਨੇ ਜੋ ਕੁਝ ਮੇਰੇ ਲਈ ਕੀਤਾ, ਤੁਸੀਂ ਬਿਲੀਵ ਹੀ ਨਹੀਂ ਕਰ ਸਕਦੇ ਕਿ ਮੈਂ ਸ਼ਾਇਦ ਅੱਜ ਤੱਕ ਉਹਨਾਂ ਨੂੰ ਉਹ ਚੀਜ਼ਾਂ ਦੇ ਹੀ ਨਹੀਂ ਪਾ ਰਿਹਾ ਜੋ ਮੈਂ ਉਹਨਾਂ ਦੇ ਲਈ ਡਰੀਮ ਕਰਦਾ। ਮੈਂ ਸੋਚਦਾ ਕਿ ਸ਼ਾਇਦ ਇਸ ਸਾਲ ਐਂਡ ਤੱਕ ਉਹਨਾਂ ਦੀ ਜੋ ਵੀ ਅਰਮਾਨ ਹੈ ਮੈਂ ਪੂਰੇ ਕਰ ਸਕਾਂ। ਤੇ ਕਦੇ ਵੀ ਸ਼ਰਮਾਣਾ ਨਹੀਂ ਚਾਹੀਦਾ। ਔਰ ਚੀਜ਼ ਜੋ ਵੀ ਤੁਹਾਡੇ ਅੰਦਰ ਕਮੀ ਹੈ ਉਹ ਐਕਸੈਪਟ ਕਰ ਲੋਗੇ ਨਾ, ਤਾਂ ਤੁਹਾਡਾ ਉਹ ਚੈਪਟਰ ਖਤਮ ਹੋ ਜਾਂਦਾ, ਤੁਸੀਂ ਅੱਗੇ ਵੱਧ ਜਾਂਦੇ ਹੋ। ਪਰ ਜੇ ਤੁਸੀਂ ਐਕਸੈਪਟ ਨਹੀਂ ਕਰੋਗੇ ਫਿਰ ਤੁਸੀਂ ਹਮੇਸ਼ਾ ਜੂਝਦੇ ਰਹੋਗੇ ਉਹਦੇ ਨਾਲ। ਇੱਕ ਹੋਰ ਗੱਲ ਹੈ, ਨਿੰਜਾ ਦੀ ਮਿਲਣਾ, ਫੇਸਬੁੱਕ ਤੇ ਮੈਸੇਜ ਆਣਾ, ਉਸ ਤੋਂ ਬਾਅਦ ਪਰਮੀਸ਼ ਵਰਮਾ ਕਿਵੇਂ ਮਿਲਿਆ, ਉਹਦੀ ਵੀ ਸ਼ਾਰਟ ਦੱਸੋ। ਫਿਰ ਇੱਕ ਹੋਰ ਸਵਾਲ ਮੈਂ ਕਰਾਂਗਾ ਕਿ ਨਵੇਂ ਅੱਜ ਕੱਲ੍ਹ ਆਰਟਿਸਟ ਬਹੁਤ ਨੇ, ਹਰੇਕ ਕੋਲ ਕਲਾ ਹੁੰਦੀ ਹੈ। ਖਾਸ ਕਰ ਆਪਾਂ ਪੰਜਾਬ ਦੀ ਗੱਲ ਕਰੀਏ, ਉਹ ਕਹਿੰਦੇ ਨੇ ਕਿ ਇੱਟ ਚੱਕੋ ਤਾਂ ਆਰਟਿਸਟ ਨਿਕਲ ਆਉਂਦਾ ਹੈ। ਤੁਸੀਂ, ਮੇਰਾ ਪਹਿਲਾ ਸਵਾਲ ਹੈ ਕਿ ਪਰਮੀਸ਼ ਕਿਵੇਂ ਮਿਲਿਆ? ਪਰਮੀਸ਼ ਬਹੁਤ ਹੀ ਟੈਲੈਂਟਡ ਬੰਦਾ ਹੈ। ਮੈਂ ਤੇਰੀ ਭਾਬੀ ਗਾਣਾ ਨਿੰਜੇ ਦਾ ਐਡਿਟ ਕਰਵਾ ਰਿਹਾ ਸੀਗਾ। ਇਹ ਹੈ ਕਿਹੜੀ ਸੰਨ ਦੀ ਗੱਲ? ਇਹ ਹੈ 2014 ਦੀ ਗੱਲ ਹੈ। ਔਰ ਮੌਂਟੀ ਐਡੀਟਰ ਹੈ ਇੱਕ, ਔਰ ਬੜਾ ਅੱਛਾ ਭਰਾ ਹੈ ਆਪਣਾ। ਐਂਡ ਉਹਦੇ ਕੋਲ ਜਦ ਵੀ ਐਡੀਟਿੰਗ ਕਰਾਉਣ ਗਿਆ ਭਾਜੀ, ਇੱਕ ਮੁੰਡਾ ਮਿਲਣਾ ਚਾਹੁੰਦਾ ਹੈ, ਉਹ ਬਾਹਰੋਂ ਆਇਆ ਹੋਇਆ ਹੈ, ਕਿਉਂਕਿ ਪਰਮੀਸ਼ ਦਾ ਨਾਮ ਨਹੀਂ ਹੋਇਆ ਸੀਗਾ ਉਸ ਵੇਲੇ। ਸੋ ਮੈਂ ਉਹਨੂੰ ਹਮੇਸ਼ਾ ਕਹਿਣਾ ਚੱਲ ਮਿਲ ਲਾਂਗੇ। ਥੋੜ੍ਹੀ ਬਹੁਤ ਸਾਡੀ ਵੀ ਹਵਾ ਖਰਾਬ ਹੋਈ ਸੀ, ਕੰਮ ਚੱਲ ਰਿਹਾ ਸੀਗਾ, ਆਪਾਂ ਵੀ ਕਹਿੰਦੇ ਮਿਲ ਲਾਂਗੇ ਯਾਰ, ਕੋਈ ਚੱਕਰ ਨਹੀਂ ਹੈ। ਤਾਂ ਜਦੋਂ ਨੈਕਸਟ ਟਾਈਮ ਉਹਨੇ ਕਿਹਾ ਮੈਂ ਬੁਲਾਵਾਂਗਾ ਭਾਜੀ ਜਦੋਂ ਤੁਸੀਂ ਆਉਣਾ, ਮੈਂ ਕਿਹਾ ਠੀਕ ਹੈ। ਜਦੋਂ ਹੀ ਪਰਮੀਸ਼ ਨੂੰ ਮੈਂ ਮਿਲਿਆ, ਪਰਮੀਸ਼ ਇੰਨਾ ਕੁ ਗਰਾਊਂਡਡ ਸੀਗਾ ਕਿ ਤੁਸੀਂ ਬਿਲੀਵ ਕਰੋ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਉਹ ਬੰਦਾ ਆਸਟ੍ਰੇਲੀਆ ਤੋਂ ਆਇਆ ਹੋਇਆ। ਉਹ ਤਾਂ ਉਹਦੇ ਨਾਲ ਗੱਲਾਂ ਬਾਤਾਂ ਹੋਈਆਂ ਤਾਂ ਪਤਾ ਲੱਗਿਆ ਉਹ ਇੰਨਾ ਐਜੂਕੇਟਿਡ ਹੈ। ਉਹ ਬਟ ਉਹਦੀ ਹੰਗਰ ਸੀਗੀ ਉਹਦੇ ਅੰਦਰ, ਪੈਸ਼ਨੇਟ ਬੰਦਾ। ਛੋਟੇ ਤਰੀਕੇ ਨਾਲ ਤੁਹਾਨੂੰ ਦੱਸਾਂਗਾ ਕਿ ਸਟੋਰੀ ਲੰਬੀ ਹੈ। ਉਹਨੇ 2 ਵੀਡੀਓਜ਼ ਕੀਤੇ ਹੋਏ ਸੀਗੇ ਸਾਡੇ ਤੋਂ ਪਹਿਲਾਂ। ਇੱਕ ਸੀਗਾ ਨਿਸ਼ਾਨ ਭਾਜੀ ਦਾ, ਆਪਣਾ ਕੀ ਕਹਿੰਦੇ, ਆਪਣਾ ਨਿਸ਼ਾਨ ਭਾਜੀ ਦਾ ਗਾਣਾ ਸੀਗਾ ਪਰਫਿਊਮ। ਨਿਸ਼ਾਨ ਭਾਜੀ ਦਾ ਪਰਫਿਊਮ ਸੀਗਾ। ਦੂਜਾ ਮਾਫੀਨਾਮਾ ਵਿਨੇਪਾਲ ਭੁੱਟਰ ਭਾਜੀ ਦਾ ਸੀਗਾ। ਉਹ 2 ਗਾਣੇ ਕੀਤੇ ਹੋਏ ਸੀਗੇ। ਉਹ 2 ਗਾਣਿਆਂ ਨੇ ਮੈਨੂੰ ਕਿਤੇ ਨਾ ਕਿਤੇ, ਮੈਂ ਕਿਹਾ ਯਾਰ ਮੈਨੂੰ
ਉਹ ਉਨੇ ਪਸੰਦ ਨਹੀਂ ਹੈ, ਸ਼ਾਇਦ ਕਿਸੇ ਹੋਰ ਨੂੰ ਪਸੰਦ ਹੋਣਗੇ। ਮੈਂ ਇਦਾਂ ਦੇ ਵੀਡੀਓਜ਼ ਨਹੀਂ ਕਰਨੇ। ਜੇ ਤੈਨੂੰ ਲੱਗਦਾ ਮੈਨੂੰ ਇਹ ਜਸਟੀਫਾਈ ਕਰਦੇ ਕਿ ਇਹ ਵੀਡੀਓਜ਼ ਖਰਾਬ ਕਿਉਂ ਬਣੇ ਹੈ, ਫਿਰ ਉਹਨੇ ਆਪਣੇ ਰੀਜ਼ਨਸ ਦਿੱਤੇ ਜਿਨ੍ਹਾਂ ਨੇ ਮੈਨੂੰ ਸੈਟੀਸਫਾਈ ਕਰਤਾ। ਐਂਡ ਉਹਨੇ ਮੈਨੂੰ ਇੱਕ ਵੀਡੀਓ ਹੋਰ ਦਿਖਾਈ ਜਿਹੜੀ ਉਹਨੇ ਮੋਬਾਈਲ ਨਾਲ ਸ਼ੂਟ ਕੀਤੀ ਸੀ ਆਸਟ੍ਰੇਲੀਆ ਦੇ ਵਿੱਚ। ਉਸ ਵੀਡੀਓ ਨੇ ਮੈਨੂੰ 100% ਕਨਵਿੰਸ ਕਰਤਾ ਕਿ ਹੀ ਗॉट ਸੱਚ ਅ ਟੈਲੈਂਟ ਕਿ ਇਹਨੂੰ ਜੇ ਮਾੜਾ ਜਿਹਾ ਵੀ ਮੌਕਾ ਮਿਲੇਗਾ ਇਹ ਛਾ ਜਾਏਗਾ। ਔਰ ਉਹਨੇ ਬੈਕ ਟੂ ਬੈਕ, ਯਾਨੀ ਕਿ ਉਸ ਦਿਨ ਮੈਂ ਉਹਨੂੰ ਇੱਕ ਗਾਣਾ ਸੁਣਾਇਆ ਠੋਕਦਾ ਰਿਹਾ। ਉਹਨੇ ਕਿਹਾ ਮੈਨੂੰ ਇੱਕ ਗਾਣਾ ਦੇ ਦਿਓ, ਮੇਰੇ ਮਰਜ਼ੀ ਦਾ ਬਜਟ ਦੇ ਦਿਓ, ਮੈਂ ਸਭ ਕੁਝ ਕਰਕੇ ਦਿਖਾ ਦਾਂਗਾ। ਮਤਲਬ ਪਰਮੀਸ਼ ਉਸ ਟਾਈਮ ਤੱਕ ਇੰਨਾ ਅਨਐਕਸਪਲੋਰਡ ਸੀਗਾ ਬੇਸਿਕਲੀ, ਬਟ ਉਹਦੇ ਫਾਦਰ ਕਰਕੇ ਉਹਦੇ ਰਿਲੇਸ਼ਨਸ਼ਿਪ ਵੀ ਅੱਛੇ ਸੀਗੇ। ਬਟ ਤੁਹਾਨੂੰ ਪਤਾ ਹੈ ਪਰਮੀਸ਼ ਮੰਨੇਗਾ ਇਸ ਇੰਡਸਟਰੀ ਦੇ ਵਿੱਚ ਜਲਦੀ ਕੋਈ ਕਿਸੇ ਨੂੰ ਚਾਂਸ ਨਹੀਂ ਦਿੰਦਾ ਜਦ ਤੱਕ ਕਿ ਉਹਦਾ ਆਪਣਾ ਫਾਇਦਾ ਨਾ ਹੋਏ। ਔਰ ਜੇ ਕੋਈ ਕਹੇ ਕਿ ਮੈਂ ਉਹਨੂੰ ਆਪਣੇ ਫਾਇਦੇ ਲਈ ਨਹੀਂ ਦਿੱਤਾ, ਮੈਂ ਵੀ ਆਪਣੇ ਫਾਇਦੇ ਲਈ ਹੀ ਪਰਮੀਸ਼ ਨੂੰ ਚਾਂਸ ਦਿੱਤਾ ਸੀਗਾ ਉਸ ਵੇਲੇ, ਕਿਉਂਕਿ ਪਰਮੀਸ਼ ਇੰਨਾ ਪੈਸ਼ਨੇਟ ਦਿਖ ਰਿਹਾ ਸੀਗਾ ਕਿ ਮੈਨੂੰ ਲੱਗ ਰਿਹਾ ਸੀਗਾ ਜਿਸ ਘੱਟ ਬਜਟ ਦੇ ਵਿੱਚ ਮੈਂ ਠੋਕਦਾ ਰਿਹਾ ਗਾਣਾ ਬਣਾਉਣਾ ਚਾਹ ਰਿਹਾ ਉਹ ਸ਼ਾਇਦ ਕੋਈ ਹੋਰ ਨਹੀਂ ਬਣਾ ਸਕਦਾ ਸੀਗਾ। ਤੇ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਮੈਂ ਉਹਨੂੰ ਕਿਹਾ ਗਾਣਾ ਸੁਣ ਕੇ ਕਿ ਕਿੰਨਾ ਬਜਟ ਲੱਗਣਾ ਚਾਹੀਦਾ। ਹੀ ਸੈਡ ਕਿ ਭਾਜੀ ਜੇ ਤੁਸੀਂ ਮੈਨੂੰ 2 ਲੱਖ ਰੁਪਏ ਦਿੱਤੇ ਤੇ ਮੈਂ ਗਾਣਾ ਐਂਡ ਕਰ ਦੂੰਗਾ। ਉਸ ਵੇਲੇ ਐਂਡ ਅੱਤ ਬੜੇ ਜ਼ਿਆਦਾ ਚੱਲ ਰਹੇ ਸੀਗੇ। ਤੇ ਮੈਂ ਵੀ ਉਹਨੂੰ ਕਿਹਾ, ਮੈਂ ਕਿਹਾ ਠੀਕ ਹੈ ਪੈਸੇ ਆਪਾਂ 2 ਲੱਖ ਰੁਪਏ ਖਰਚਾਂਗੇ ਪਰ ਆਪਾਂ ਸਾਰਾ ਸੈੱਟ ਤੇ ਲਗਾ ਦਾਂਗੇ। ਉਹਨੇ ਕਿਹਾ ਕੋਈ ਚੱਕਰ ਨਹੀਂ ਭਾਜੀ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਂ ਆਪਣੀ ਮਰਜ਼ੀ ਦਾ ਗਾਣਾ ਬਣਾਉਣਾ ਹੈ। ਔਰ ਮੈਂ ਦੱਸਾਂਗਾ ਕਿ ਆਪਾਂ ਰੇਕੀ ਤੱਕ ਮੈਂ ਤੇ ਪਰਮੀਸ਼ ਇਕੱਠੇ ਕਰਦੇ ਰਹੇ ਗਾਣੇ ਦੀ, ਹਰ ਜਗ੍ਹਾ ਤੇ ਗਏ ਸਭ ਕੁਝ। ਔਰ ਉਹ ਗਾਣਾ 2,08,000 ਰੁਪਏ 'ਚ ਬਣਿਆ। 8,000 ਰੁਪਏ ਲਈ ਮੇਰੀ ਤੇ ਪਰਮੀਸ਼ ਦੀ ਥੋੜ੍ਹੀ ਜਿਹੀ ਬਹਿਸ ਵੀ ਉੱਦਾਂ ਹੀ, ਮੇਰੀ ਆਦਤ ਹੈ ਹਰ ਚੀਜ਼ 'ਚ ਉਂਗਲ ਕਰਨ ਦੀ। ਫਿਰ ਬੈਕ ਟੂ ਬੈਕ ਉਹ ਗਾਣੇ ਦੇ ਵਿੱਚ ਪਰਮੀਸ਼ ਵੀਰੇ ਦੀ ਫੀਚਰਿੰਗ ਹੋਈ। ਦੈਨ ਆਪਾਂ ਠੋਕਦਾ ਰਿਹਾ ਤੋਂ ਬਾਅਦ ਗੱਲ ਜੱਟਾਂ ਵਾਲੀ ਕੀਤਾ। ਦੈਨ ਆਪਾਂ ਗਾਣਾ ਕੀਤਾ ਆਦਤ। ਫਿਰ ਆਪਾਂ ਗਾਣਾ ਕੀਤਾ ਸ਼ਿਵਜੋਤ ਦੇ ਨਾਲ। ਤੇ ਇਹ 4-5 ਗਾਣੇ ਸੀਗੇ ਜਿਹੜੇ ਬੈਕ ਟੂ ਬੈਕ ਹੋਏ ਸੀਗੇ। ਔਰ ਇਹਨਾਂ ਨੇ ਨਿੰਜੇ ਲਈ ਲਾਈਫ ਚੇਂਜ ਕੀਤੀ, ਪਰਮੀਸ਼ ਦੀ ਵੀ ਚੇਂਜ ਕੀਤੀ, ਕਿਤੇ ਨਾ ਕਿਤੇ ਆਪਣੀ ਵੀ ਚੇਂਜ ਹੋਈ। ਸੋ ਪਰਮੀਸ਼ ਨੇ ਕਿਤੇ ਨਾ ਕਿਤੇ ਇਹ ਕੌਨਫੀਡੈਂਸ ਮੇਰੇ ਵਿੱਚ ਵੀ ਕਰਤਾ ਕਿ ਆਪਾਂ ਜਦ ਕਿਸੇ ਆਰਟਿਸਟ ਨਾਲ ਕੰਮ ਕਰਦੇ ਤਾਂ ਬੜਾ ਕੁਝ ਚੇਂਜ ਹੁੰਦਾ। ਤਾਂ ਕਿਤੇ ਨਾ ਕਿਤੇ ਜੇ ਮੈਂ ਕਹਾਂ ਕਿ ਯਾਰ ਉਹਦਾ ਫਾਇਦਾ ਹੋਇਆ, ਮੇਰਾ ਵੀ ਉਨਾ ਹੀ ਫਾਇਦਾ ਹੋਇਆ। ਔਰ ਉਹ ਅੱਜ ਤੱਕ ਰਿਗਾਰਡ ਕਰਦਾ ਹੈ, ਕਿਤੇ ਮਿਲਦਾ ਖਿੜੇ ਮੱਥੇ ਮਿਲਦਾ ਹੈ। ਅਜੇ ਵੀ ਥੋੜ੍ਹੇ ਦਿਨ ਪਹਿਲੇ ਫੋਨ ਆਇਆ ਇੱਕ ਗੱਲ, ਕਹਿੰਦਾ ਭਾਜੀ ਮੇਰਾ ਟਾਈਮ ਬੜਾ ਵਧੀਆ ਚੱਲ ਰਿਹਾ, ਤੁਹਾਡੇ ਕੋਲ ਨਵੇਂ ਬੱਚੇ ਕਿਸੇ ਦੇ ਵਿੱਚ ਫੀਚਰਿੰਗ ਕਰਾਣੀ ਕਰਾ ਲਓ, ਕੋਈ ਚੱਕਰ ਨਹੀਂ, ਮੈਂ ਕਰ ਦੂੰਗਾ। ਮੈਂ ਚਾਹੁੰਦਾ ਕਿ ਮੈਂ ਵੀ ਤੁਹਾਡੀ ਹੈਲਪ ਕਰਦਾ। ਨਹੀਂ ਤਾਂ ਭਾਜੀ ਅੱਜ ਜਿਹੜਾ ਚੱਲਦਾ ਸਿੰਗਰ ਹੁੰਦਾ ਨਾ ਉਹਨੂੰ ਲੱਗਦਾ ਕਿ ਯਾਰ ਮੇਰੇ ਤੇ ਫੀਚਰਿੰਗ ਦੇ 20-25 ਲੱਖ ਰੁਪਏ ਹੈ, ਮੈਂ ਕਾਹਨੂੰ ਫੀਚਰ ਕਰਾਂ। ਪਰ ਹੀ ਇਜ਼ ਜੈਮ ਆਫ ਅ ਪਰਸਨ। ਉਹਨੇ ਪਹਿਲੇ ਵੀ ਸਪੋਰਟ ਕੀਤੀ ਸਾਨੂੰ, ਨਾਇਕਰਾ ਦੇ ਸੌਂਗ ਦੇ ਵਿੱਚ ਫੀਚਰ ਕੀਤਾ ਸੀ, ਨਹੀਂ ਤਾਂ ਕੋਈ ਨਹੀਂ ਕਰਦਾ ਭਾਜੀ। ਸੋ ਆਈ ਐਮ ਬਲੈਸਡ ਕਿ ਮੇਰੇ ਨਾਲ ਇੰਨੇ ਵਧੀਆ ਬੱਚਿਆਂ ਨੇ ਕੰਮ ਕੀਤਾ ਹੈ। ਆਤਿਸ਼ ਹੋ ਗਿਆ, ਗੁਰਬਾਈ ਹੋ ਗਿਆ। ਤੁਸੀਂ ਇਹ ਗੱਲ ਦੱਸੀ ਕਿ ਨਵੇਂ ਜਦੋਂ ਹੈ ਨਾ ਕੋਈ ਰॉ ਕਿਸੇ ਚੀਜ਼ ਨੂੰ ਇੱਕ ਤਰਾਸ਼ਣਾ, ਉਹ ਤੁਹਾਡਾ ਕੰਮ ਹੈ ਬੇਸਿਕਲੀ, ਕਿਉਂਕਿ ਇਹ ਕੈਮਰੇ ਦੇ ਪਿੱਛੇ ਰਹਿ ਕੇ ਬੰਦੇ ਨੂੰ ਕੈਮਰੇ ਦੇ ਅੱਗੇ ਲਿਆਉਂਦੇ ਨੇ। ਹੁਣ ਮੇਰਾ ਸਵਾਲ ਹੈ ਜਿਹੜੇ ਆਮ ਦਰਸ਼ਕਾਂ ਲਈ ਵੀ ਜ਼ਰੂਰੀ ਹੈ ਔਰ ਆਰਟਿਸਟਾਂ ਲਈ ਵੀ ਜਿਹੜੇ ਯੰਗ ਨੇ, ਜਿਹੜੇ ਹਲੇ ਫੇਸ ਨਹੀਂ ਬਣ ਪਾਏ, ਤੁਸੀਂ ਕੰਟਰੈਕਟ ਕਰਦੇ ਹੋ ਔਰ ਉਹਦਾ ਸਾਰਾ ਖਰਚਾ ਪਾਣੀ ਉਹਨੂੰ ਤਰਾਸ਼ਦੇ ਹੋ, 4-4 5-5 ਸਾਲ ਰੱਖਦੇ ਹੋ, ਇੱਕ ਤਰ੍ਹਾਂ ਦੀ ਇਨਵੈਸਟਮੈਂਟ ਹੁੰਦੀ ਹੈ। ਬਿਲਕੁਲ ਠੀਕ ਹੈ, ਬਿਜ਼ਨਸ ਹੈ ਬੇਸਿਕਲੀ। ਪਹਿਲੀ ਗੱਲ ਇਹ ਕਿ ਆਪਾਂ ਕਦੇ ਨਹੀਂ ਸੋਚਦੇ ਕਿ ਆਰਟਿਸਟ ਨੂੰ ਇੰਨਾ ਜ਼ਿਆਦਾ ਟਾਈਮ ਲੱਗੇ, ਆਪਾਂ ਆਪਣੇ ਵੱਲੋਂ ਹੀ ਇਨਵੈਸਟਮੈਂਟ ਕਰੀ ਜਾਈਏ, ਕਦੇ ਵੀ ਨਹੀਂ ਲੱਗਦਾ ਸਾਨੂੰ। ਹਾਂ ਦੇਰ ਇਜ਼ ਅ ਸਕੋਪ, ਜਦ ਵੀ ਕੋਈ ਆਰਟਿਸਟ ਆਉਂਦਾ ਆਰਟਿਸਟ ਨੂੰ ਲੱਗਦਾ ਕਿ ਹੀ ਇਜ਼ ਰੈਡੀ, ਸਾਡੀ ਅੱਖਾਂ ਦੇ ਵਿੱਚ ਉਹ ਤਿਆਰ ਨਹੀਂ ਹੁੰਦਾ। ਔਰ ਸਾਨੂੰ ਇਹ ਹੁੰਦਾ ਕਿ ਆਪਾਂ ਤਦ ਹੀ ਕੰਮ ਕਰਾਂਗੇ ਜੇ ਉਹ ਰੈਡੀ ਹੋਏਗਾ। ਜੇ ਉਹ ਰੈਡੀ ਨਹੀਂ ਹੈ ਤਾਂ ਕੱਲ ਨੂੰ ਸਾਡੇ ਤੇ ਹੀ ਬਲੇਮ ਆਉਂਦਾ ਹੈ ਕਿ ਉਹ ਗਾਣਾ ਬੇਕਾਰ ਜਿਹਾ ਕਰਤਾ। ਔਰ ਇਹ ਨਹੀਂ ਕਿ ਸਾਡੇ ਗਾਣੇ ਫਲॉप ਨਹੀਂ ਹੋਏ, ਸਾਡੇ ਬਹੁਤ ਗਾਣੇ ਫਲॉप ਹੋਏ ਆ। ਬਟ ਫਲॉप ਹੁੰਦਾ ਉਹ ਕਿਤੇ ਨਾ ਕਿਤੇ ਹੋਰ ਅਰਜ਼ ਪੈਦਾ ਕਰਦਾ ਕਿ ਅਗਲਾ ਹਿੱਟ ਦੇਣਾ ਆਪਾਂ। ਮੇਜਰ ਚੀਜ਼ ਕੋਈ ਵੀ ਆਰਟਿਸਟ ਜੇ ਇੰਟਰਵਿਊ ਦੇਖ ਰਿਹਾ ਉਹਦੇ ਲਈ ਮੈਂ 2-3 ਚੀਜ਼ਾਂ ਕਹਾਂਗਾ ਕਿ ਪਹਿਲੀ ਗੱਲ ਹੈ ਪੇਸ਼ੈਂਸ। ਜਿਸ ਦੇ ਵਿੱਚ ਪੇਸ਼ੈਂਸ ਨਹੀਂ ਹੈ ਉਹਨੂੰ ਇਸ ਇੰਡਸਟਰੀ ਦੇ ਵਿੱਚ ਬਿਲਕੁਲ ਨਹੀਂ ਆਉਣਾ ਚਾਹੀਦਾ। ਕਿ ਯੂ ਨੈਵਰ ਨੋ ਤੁਹਾਡਾ ਗਾਣਾ 6 ਮਹੀਨੇ 'ਚ ਹੋਏਗਾ ਜਾਂ 6 ਸਾਲ 'ਚ ਹੋਏਗਾ। ਗਾਣਾ ਹੋਣ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਹਿੱਟ ਹੋਣਾ। ਤੁਹਾਡੇ ਇੱਕ ਵੀ 2 ਵੀ ਗਲਤ ਡਿਸੀਜਨ, ਯਾਨੀ ਕਿ ਤੁਹਾਡੇ ਬੈਕ ਟੂ ਬੈਕ 3 ਗਾਣੇ ਫਲॉप ਆ ਜਾਣ, ਤੁਹਾਡੇ ਤੇ ਕਿਸੇ ਦਾ ਕੌਨਫੀਡੈਂਸ ਹੀ ਨਹੀਂ ਰਹੇਗਾ। ਇਟਸ ਬੈਟਰ ਕਿ ਤੁਸੀਂ ਰਾਈਟ ਟਾਈਮ ਦੀ ਰਾਈਟ ਗਾਣੇ ਦੀ ਵੇਟ ਕਰੋ। ਜੇ ਉਹ ਨਹੀਂ ਹੋ ਰਿਹਾ, ਚਾਹੇ 2 ਸਾਲ ਨਹੀਂ ਹੋ ਰਿਹਾ, ਬਟ ਐਟਲੀਸਟ ਤੁਹਾਡੇ ਤੇ ਇੱਕ ਸਟੈਂਪ ਨਹੀਂ ਲੱਗ ਰਹੀ ਕਿ ਯਾਰ ਇਹ ਚੱਲਿਆ ਹੋਇਆ ਕਾਰਤੂਸ ਹੈ, ਯਾਰ ਇਹਨੂੰ ਰਹਿਣ ਦਿਓ, ਇਹਦੇ ਨਾਲ ਨਾ ਕਰੋ। ਸੋ ਉਹ ਜਿੰਨੀ ਦੇਰ ਮੁੱਠੀ ਬੰਦ ਹੈ ਉਨੀ ਦੇਰ ਬੰਦਾ ਸੋਚੇਗਾ ਯਾਰ ਇਹ ਬੰਬ ਕੱਢ ਸਕਦਾ, ਉਹ ਬੰਬ ਕੱਢ ਸਕਦਾ। ਸੋ ਵੇਟ ਕਰੋ, ਪੇਸ਼ੈਂਸ ਹੋਣੀ ਚਾਹੀਦੀ ਹੈ। ਗਲਤ ਡਿਸੀਜਨ ਤੇ ਓਕੇ ਨਹੀਂ ਕਰਨਾ ਚਾਹੀਦਾ। ਕੀ ਹੁੰਦਾ ਕਿ ਤੁਹਾਡਾ ਗਾਣਾ ਨਹੀਂ ਹੋ ਰਿਹਾ, ਤੁਹਾਨੂੰ ਇੱਕ ਦੋਸਤ ਮਿਲਿਆ ਕਹਿੰਦਾ ਮੈਂ ਤੇਰਾ ਗਾਣਾ ਕਰ ਦਿੰਦਾ, ਮੇਰੇ ਕੋਲ ਯਾਰ ਲੱਖ ਰੁਪਏ ਪਿਆ, ਮੇਰੇ ਕੋਲ 2 ਲੱਖ ਰੁਪਏ ਪਿਆ, ਤੇਰਾ ਗਾਣਾ ਬਣਾ ਦਿੰਦੇ। ਹੋ ਸਕਦਾ ਉਹ ਵੇਟ ਕਰਦਾ ਤੇ ਸ਼ਾਇਦ ਕੋਈ ਕੰਪਨੀ ਉਹਨੂੰ 5 ਲੱਖ ਰੁਪਏ 'ਚ ਵੀਡੀਓ ਬਣਾਉਂਦੀ ਜਾਂ 10 ਲੱਖ 'ਚ ਕੋਈ ਹੋਰ ਅੱਛਾ ਗਾਣਾ ਮਿਲ ਜਾਂਦਾ। ਪਰ ਉਹਨੇ ਉਹ ਜਿਹੜਾ 2 ਲੱਖ ਰੁਪਏ ਵਾਲਾ ਕਿ ਮੇਰਾ ਫਰੈਂਡ ਸਪੋਰਟ ਕਰ ਰਿਹਾ ਸੀ ਜਾਂ ਮੇਰੇ ਕੋਲ ਗਾਣਾ ਪਿਆ ਹੋਇਆ ਇਹੀ ਕਰਕੇ ਦੇਖ ਲੈਂਦਾ, ਉਹਦੀ ਇੱਕ ਇਮੇਜ ਪਰਸੈਪਸ਼ਨ ਹੀ ਆਡੀਅנס ਦੇ ਵਿੱਚ ਕੁਝ ਹੋਰ ਬਣ ਜਾਂਦੀ ਕਿ ਯਾਰ ਇਹ ਤਾਂ ਠੰਡਾ ਹੀ ਕੰਮ ਕਰਦਾ ਹੈ। ਸੋ ਸਾਰਿਆਂ ਨੂੰ ਵੇਟ ਕਰਨੀ ਚਾਹੀਦੀ ਹੈ, ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਆਪਾਂ ਸਭ ਕੁਝ ਕਰ ਸਕਦੇ ਹਾਂ। ਔਰ ਮੇਕ ਸ਼ੋਰ ਕਰੋ ਕਿ ਜੋ ਵੀ ਤੁਹਾਡਾ ਆਈਡਲ ਹੈ, ਬੜਾ ਆਸਾਨ ਹੈ ਕਿਸੇ ਨੂੰ ਕਾਮਯਾਬ ਹੋਣਾ। ਜਿੰਨੇ ਵੀ ਹਿੱਟ ਸਿੰਗਰਸ ਹੈ, ਭਾਵੇਂ ਗਿੱਪੀ ਭਾਜੀ ਹੈ, ਦਿਲਜੀਤ ਭਾਜੀ ਹੈ, ਉਹਨਾਂ ਦੀ ਲਾਈਫ ਦੇ ਬਾਰੇ ਜਾਣੋ,
ਉਹ ਕਿੱਦਾਂ ਵੱਡੇ ਹੋਏ ਆ। ਹੁਣ ਕੋਈ ਕਹਿੰਦਾ ਦਿਲਜੀਤ ਭਾਜੀ ਦੇਖੋ ਬਾਲੀਵੁੱਡ ਚਲੇ ਗਏ, ਉਹਨਾਂ ਦੀ ਮਿਹਨਤ ਲੱਗੀ ਹੈ, 10-15 ਸਾਲ ਹੋ ਗਏ ਆ, ਕੋਈ ਇਹ ਨਹੀਂ ਦੇਖਦਾ, ਉਹਨਾਂ ਨੇ ਵੀ ਆਪਣਾ ਔਖਾ ਟਾਈਮ ਦੇਖਿਆ। ਸੋ ਤੁਸੀਂ ਜੇ ਪ੍ਰਿਪੇਅਰ ਹੋ 5-7 ਸਾਲ ਲਈ ਤਾਂ ਮੇਰੇ ਖਿਆਲ ਦੇਰ ਹੋਏਗੀ ਪਰ ਸਵੇਰ ਜ਼ਰੂਰ ਹੋਏਗੀ। ਚਲੋ ਬਹੁਤ ਬਹੁਤ ਸ਼ੁਕਰੀਆ ਉਮੇਸ਼ ਜੀ, ਤੁਸੀਂ ਅੱਜ ਬੜੇ ਟਾਈਮ ਬਾਅਦ ਨਹੀਂ, ਕਾਬੂ ਚ ਆਏ ਹੋ। ਮੈਨੂੰ ਤਾਂ ਬਹੁਤ ਹੀ ਅੱਛਾ ਲੱਗਿਆ ਤੁਹਾਡੇ ਨਾਲ ਮਿਲ ਕੇ। ਇੱਕ ਜਦੋਂ ਤੁਹਾਡਾ ਫੋਨ ਆਇਆ ਤੁਸੀਂ ਕਿਹਾ ਉਮੇਸ਼ ਬੋਲ ਰਿਹਾ, ਮੈਂ ਕਿਹਾ ਹਾਂ ਮੈਂ ਉਮੇਸ਼ ਬੋਲ ਰਿਹਾ। ਇਹ ਵੀ ਕਾਮੇਡੀ ਜੀ ਹੈ, ਮੈਨੂੰ ਲੱਗਦਾ ਕਿ ਕੌਣ ਮੇਰੇ ਨਾਮ ਹੀ ਪੁੱਛ ਰਹੇ ਪਰ ਤੁਹਾਡਾ ਨਾਮ ਵੀ ਉਮੇਸ਼ ਹੈ। ਮੈਨੂੰ ਵੀ ਮਿਲ ਕੇ ਬਹੁਤ ਅੱਛਾ ਲੱਗਿਆ, ਤੁਸੀਂ ਆਫਿਸ ਆਏ, ਇੰਨਾ ਟਾਈਮ ਕੱਢਿਆ, ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਸਾਰੇ ਆਡੀਅנס ਦਾ ਵੀ ਸ਼ੁਕਰੀਆ। ਹਾਂ ਮਿਲਦੇ ਰਹਾਂਗੇ ਭਾਜੀ, ਬਿਲਕੁਲ। ਤਾਂ ਇਹ ਸੀ ਕਿ ਉਮੇਸ਼ ਕਰਮਾ ਵਾਲਾ, ਜਿੱਦਾਂ ਅਸੀਂ ਦੱਸਿਆ ਕਿ ਕਿੱਦਾਂ ਜਰਨੀ, ਇੱਕ ਦੇਖੋ ਕਿ ਇੱਕ ਇਨਸਾਨ ਜਿਹਦਾ ਇੱਕ ਪ੍ਰੋਫੈਸ਼ਨ ਹੀ ਕੁਝ ਹੋਰ ਸੀ ਹੈ, ਕਿੱਦਾਂ ਉਹਨਾਂ ਨੇ ਆਪਣੀ ਸਟਰਗਲ ਦੱਸੀ ਔਰ ਖੁੱਲ੍ਹ ਕੇ ਦੱਸੀ, ਬਿਨਾਂ ਹਿਚਕ ਦੱਸੀ ਕਿ ਉਹਨਾਂ ਦੇ ਫਾਦਰ ਇੱਕ 4th ਕਲਾਸ EMPLOYE ਸੀਗੇ, ਉੱਥੋਂ ਮੋਬਾਈਲ ਸ਼ਾਪ, ਫਿਰ ਮੋਬਾਈਲ ਤੋਂ ਬਾਅਦ ਫਿਰ ਇੱਕ ਇੰਡਸਟਰੀ 'ਚ ਆਉਣਾ ਔਰ ਨਵੇਂ ਆਰਟਿਸਟਾਂ ਨੂੰ ਮੌਕਾ ਦੇਣਾ, ਨਿੰਜੇ ਦੀ ਗੱਲ, ਪਰਮੀਸ਼ ਦੀ ਗੱਲ, ਹੋਰ ਬਾਕੀ ਜਿਹੜੇ ਸਿੰਗਰ ਨੇ। ਲੇਕਿਨ ਇੰਨਾ ਜ਼ਰੂਰ ਹੈ ਕਿ ਆਪਣਾ ਜਿਹੜਾ ਸੱਚ ਹੈ, ਜਿਹੜੀ ਆਪਣੀ ਸਟਰਗਲ ਹੈ, ਉਹ ਖੁੱਲ੍ਹ ਕੇ ਦੱਸੀ ਔਰ ਨਵੇਂ ਆਰਟਿਸਟਾਂ ਨੂੰ ਵੀ ਦੱਸਿਆ ਕਿ ਇੱਕ ਸਬਰ ਬਹੁਤ ਜ਼ਰੂਰੀ ਹੈ ਇਸ ਇੰਡਸਟਰੀ 'ਚ। ਵੀਡੀਓ ਜਰਨਲਿਸਟ ਅਮਨ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਮੋਹਾਲੀ।